बहुत ही ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਨਾਲ ਇੱਕ ਐਸੇ ਵਿਸ਼ੇ ਦੇ ਉੱਪਰ ਸਾਂਝ ਪਾਉਣ ਲੱਗਾ ਹਾਂ। ਨੁਕਤਾ ਬਹੁਤ ਛੋਟਾ ਜਿਹਾ ਹੈ, ਪਰ ਉਸ ਦੇ ਬਾਰੇ ਜਾਂ ਉਸ ਦੇ ਪਿਛੋਕੜ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਜਦੋਂ ਕਿਤੇ ਸਾਡੀ ਸਿੱਖ ਕਮਿਊਨਿਟੀ ਨੂੰ ਜਾਂ ਸਾਡੇ ਸਿੱਖ ਸਮਾਜ ਨੂੰ ਕਿਸੇ ਗੈਰ ਸਿੱਖ ਦੇ ਵੱਲੋਂ ਘਟੀਆ ਪੱਧਰ ਦੇ ਉੱਪਰ ਚੜਾਉਣਾ ਹੋਵੇ, ਜਾਂ ਫਿਰ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਮੀਡੀਆ ਦੇ ਵਿੱਚ ਜਾਂ ਆਮ ਸੰਸਾਰਿਕ ਕਾਰ ਵਿਹਾਰ ਦੇ ਵਿੱਚ ਵਾਪਰਦਿਆਂ ਕਿਤੇ ਕਿਸੇ ਸਿੱਖ ਵੀਰ ਦੇ ਕੋਲੋਂ ਕੋਈ ਗਲਤੀ ਵੀ ਹੋ ਜਾਵੇ ਤੇ ਇੱਕਦਮ ਇਹ ਤਨਜ ਕੱਸ ਦਿੱਤੀ ਜਾਂਦੀ ਹੈ ਕਿ ਸਿੱਖਾਂ ਦੇ 12 ਵੱਜ ਗਏ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੀਡੀਆ ਦੇ ਰਾਹੀਂ, ਲਿਖਤਾਂ ਦੇ ਰਾਹੀਂ ਜਾਂ ਵਿਖਿਆਨਾਂ ਦੇ ਰਾਹੀਂ ਸਿੱਖ ਵੀਰਾਂ ਨੇ ਇਸ ਸਵਾਲ ਦਾ ਜਵਾਬ ਵੀ ਬੜਾ ਢੁਕਵਾਂ ਦਿੱਤਾ ਹੈ ਕਿ ਜਿਹੜੇ ਸਮਿਆਂ ਦੇ ਵਿੱਚ 12:30 ਵੱਜਦੇ ਸੀ, ਭਾਵ ਕਿ ਜਿਸ ਗੱਲ ਕਰਕੇ ਤੁਸੀਂ ਸਾਨੂੰ ਚੜਾਉਂਦੇ ਹੋ, ਉਹ ਤਾਂ ਉਹ ਸਮਾਂ ਸੀ ਜਦੋਂ ਤੁਹਾਡੀਆਂ ਬੱਚੀਆਂ ਨੂੰ ਤੁਰਕ ਔਰ ਮੁਗਲ ਚੁੱਕ ਕੇ ਲੈ ਜਾਂਦੇ ਸੀ ਤੇ ਅੱਧੀ ਰਾਤ ਦੇ ਸਮੇਂ ਸਿੱਖ ਜਿਹੜੇ ਨੇ ਉਹ ਹਮਲਾ ਕਰਕੇ ਜਾਂ ਉਹਨਾਂ ਚੁੱਕਣ ਵਾਲੇ ਅਗਵਾਕਾਰਾਂ ਦੇ ਉੱਪਰ ਹਮਲਾਵਰ ਹੋ ਕੇ ਤੁਹਾਡੀਆਂ ਬੱਚੀਆਂ ਨੂੰ ਮਹਿਫੂਜ਼ ਤੁਹਾਡੇ ਘਰਾਂ ਦੇ ਵਿੱਚ ਲਿਆ ਕੇ ਵਾਪਸ ਦਿੰਦੇ ਸੀ। ਜਿਸ ਤਰ੍ਹਾਂ ਦਾ ਸਵਾਲ ਕੀਤਾ ਜਾਂਦਾ ਹੈ, ਜਾਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਦਾ ਇੱਕ ਤਨਜ ਭਰਪੂਰ ਜਿਹੜਾ ਆ ਉਹ ਫਿਕਰਾ ਕੱਸਿਆ ਜਾਂਦਾ ਹੈ, ਉਸ ਹਿਸਾਬ ਦੇ ਨਾਲ ਜਵਾਬ ਜਿਹੜਾ ਮੇਰੇ ਖਿਆਲ ਦੇ ਨਾਲ ਉਸ ਮਾਪਦੰਡ ਦੇ ਵਿੱਚ ਠੀਕ ਹੈ। ਪਰ ਪਿੱਛੇ ਜੇ ਇੱਕ ਐਸੀ ਘਟਨਾਕ੍ਰਮ ਵਾਪਰੀ ਕਿ ਕਿਸੇ ਵੀਰ ਨੇ ਜਦੋਂ ਇਸ ਸਵਾਲ ਦਾ ਇਹੀ ਜਵਾਬ ਦਿੱਤਾ ਤਾਂ ਅੱਗੋਂ ਇੱਕ ਦਾਨਿਸ਼ਮੰਦ ਦਾ ਸਵਾਲ ਸੀ ਕਿ ਕੀ ਜਿਨ੍ਹਾਂ ਸਮਿਆਂ ਦੇ ਵਿੱਚ ਸਿੱਖ ਗੈਰ ਸਿੱਖਾਂ ਦੀਆਂ ਬੱਚੀਆਂ ਨੂੰ ਵਾਪਸ ਲਿਆਉਂਦੇ ਰਹੇ ਨੇ ਜਾਂ ਮਹਿਫੂਜ਼ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਨੇ, ਕੀ ਉਹਨਾਂ ਦਿਨਾਂ ਦੇ ਵਿੱਚ ਘੜੀਆਂ ਸੀ? ਭਾਵ ਕਿ ਉਹਨਾਂ ਸਮਿਆਂ ਦੇ ਵਿੱਚ 12 ਵਜੇ ਸ਼ਬਦ ਵਰਤਿਆ ਜਾਂਦਾ ਸੀ। ਸੋ ਕਿਤੇ ਨਾ ਕਿਤੇ ਮੈਂ ਮਜਬੂਰ ਹੋਇਆ ਕਿ ਇਸ ਚੀਜ਼ ਦੇ ਪਿਛੋਕੜ ਵੱਲ ਜਾਣਾ ਪਵੇਗਾ ਕਿ ਸੱਚਮੁੱਚ ਹੀ ਜਦੋਂ ਅਸੀਂ ਇਸ ਘਟਨਾਕ੍ਰਮ ਦੇ ਪਿਛੋਕੜ ਵੱਲ ਜਾਂਦੇ ਹਾਂ ਤਾਂ ਤਕਰੀਬਨ ਜਿਸ ਵੇਲੇ ਖੁਰਾਸਾਨ ਦਾ ਬਾਦਸ਼ਾਹ ਨਾਦਰ ਸ਼ਾਹ 1736 ਦੇ ਵਿੱਚ ਬਣਦਾ ਹੈ ਤੇ 1738 ਦੇ ਵਿੱਚ ਉਹ ਹਿੰਦੁਸਤਾਨ ਦੇ ਉੱਪਰ ਪਹਿਲਾ ਹਮਲਾ ਕਰਦਾ ਹੈ। ਭਾਰਤ ਦੇ ਉੱਪਰ ਉਸ ਦਾ ਹਮਲਾ ਜਿਹੜਾ ਹੈ, ਕਹਿ ਸਕਦੇ ਹੋ ਕਿ ਉਹ ਐਸੇ ਘਟਨਾਕ੍ਰਮ ਦੇ ਵਿੱਚ ਜਾਂ ਐਸੇ ਵਰਤਾਰੇ ਦੇ ਵਿੱਚ ਹੋਇਆ ਕਿ ਮੇਰੇ ਖਿਆਲ ਦੇ ਨਾਲ ਹਿੰਦੁਸਤਾਨ ਦੇ ਉੱਪਰ ਜਾਂ ਭਾਰਤ ਦੇ ਉੱਪਰ ਹਮਲਾ ਕਰਨਾ ਉਸ ਦਾ ਨਿਸ਼ਾਨਾ ਨਹੀਂ ਸੀ, ਪਰ ਕੁਦਰਤੀ ਹਾਲਾਤ ਜਿਹੜੇ ਸੀ ਐਸੇ ਬਣੇ ਕਿ ਉਸ ਨੂੰ ਭਾਰਤ ਦੇ ਉੱਪਰ ਹਮਲਾ ਕਰਨਾ ਪਿਆ। ਹੋਇਆ ਕੁਝ ਇਸ ਤਰ੍ਹਾਂ ਕਿ ਜਦੋਂ ਉਸ ਨੇ ਕਾਬਲ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਉੱਪਰ ਬਾਗੀ ਪਠਾਣਾਂ ਦੇ ਉੱਪਰ ਹਮਲਾ ਕੀਤਾ ਤਾਂ ਉਸ ਸਮੇਂ ਜਿਹੜਾ ਕਾਬਲ ਦਾ ਸੂਬੇਦਾਰ ਹੈ ਉਹ ਦਿੱਲੀ ਦੀ ਹਕੂਮਤ ਦੇ ਅਧੀਨ ਸੀ ਤੇ ਉਸ ਨੇ ਇੱਕ ਸੁਨੇਹਾ ਭੇਜਿਆ ਕਿ ਜਿਹੜੇ ਇਲਾਕਿਆਂ ਦੇ ਵਿੱਚ ਮੈਂ ਬਾਗੀਆਂ ਨੂੰ ਖਤਮ ਕਰ ਰਿਹਾ ਹਾਂ, ਜੇਕਰ ਮੇਰੇ ਬਾਗੀ ਤੁਹਾਡੇ ਕਾਬਲ ਦੇ ਇਲਾਕੇ ਦੇ ਵਿੱਚ ਪਨਾਹ ਲੈਣ ਤਾਂ ਉਹਨਾਂ ਨੂੰ ਪਨਾਹ ਨਾ ਦਿੱਤੀ ਜਾਵੇ। ਪਰ ਹੋਇਆ ਇਸ ਦੇ ਉਲਟ ਕਿ ਉਹਨਾਂ ਨੂੰ ਪਨਾਹ ਦਿੱਤੀ ਗਈ। 2-3 ਵਾਰੀ ਉਸ ਨੇ ਆਪਣੇ ਦੂਤ ਵੀ ਦਿੱਲੀ ਦਰਬਾਰ ਦੇ ਵਿੱਚ ਭੇਜੇ, ਪਰ ਦਿੱਲੀ ਦਰਬਾਰ ਦੇ ਉਸ ਵੇਲੇ ਦੇ ਬਾਦਸ਼ਾਹ ਸ਼ਾਹ ਮੁਹੰਮਦ ਨੇ ਕੋਈ ਤਸੱਲੀਯੋਗ ਜਵਾਬ ਨਾ ਦਿੱਤਾ। ਖੈਰ, ਇਸ ਗੱਲ ਤੋਂ ਕਹਿ ਸਕਦੇ ਹੋ ਕਿ ਗੁੱਸੇ ਦੇ ਵਿੱਚ ਆ ਕੇ ਨਾਦਰ ਸ਼ਾਹ ਨੇ ਭਾਰਤ ਦੇ ਉੱਪਰ ਹਮਲਾ ਕੀਤਾ। ਲਾਹੌਰ ਪਹੁੰਚਿਆ। ਥੋੜੀ ਜਿਹੀ ਜੰਗ ਜਿਹੜੀ ਸੀ ਉਹ ਜ਼ਕਰੀਆ ਖਾਨ ਦੇ ਨਾਲ ਵੀ ਹੋਈ, ਪਰ ਬਹੁਤ ਜਲਦੀ ਹੀ ਜ਼ਕਰੀਆ ਖਾਨ ਨੇ ਉਸ ਦੀ ਅਧੀਨਗੀ ਨੂੰ ਸਵੀਕਾਰ ਕੀਤਾ ਤੇ ਉਹ ਅੱਗੋਂ ਦਿੱਲੀ ਵੱਲ ਨੂੰ ਵਧਿਆ। ਜਦੋਂ ਉਹ ਦਿੱਲੀ ਵੱਲ ਨੂੰ ਵਧ ਰਿਹਾ ਸੀ ਤਾਂ ਉਸ ਦਾ ਬੇਟਾ ਨਾਸਿਰ ਖਾਨ ਤੇ ਉਹਦੇ ਨਾਲ ਜ਼ਕਰੀਆ ਖਾਨ ਦਾ ਬੇਟਾ ਔਰ ਇੱਕ ਉਸ ਦਾ ਬੜਾ ਅਹਿਮ ਜਰਨੈਲ ਅਹਿਮਦ ਖਾਨ, ਜਿਹੜਾ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਬਣਿਆ। ਇਹਦੇ ਤੋਂ ਇਲਾਵਾ ਉਸ ਦੀ ਇੱਕ ਛੋਟੀ ਪਤਨੀ, ਕਿਉਂਕਿ ਉਸ ਦੀਆਂ ਜਿਹੜੀਆਂ 2 ਘਰ ਵਾਲੀਆਂ ਸੀ ਉਹ ਦੋਵੇਂ ਸਕੀਆਂ ਭੈਣਾਂ ਸਨ, ਉਸ ਦੀ ਛੋਟੀ ਪਤਨੀ ਵੀ ਉਸ ਦੇ ਨਾਲ ਸੀ। ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਨਾਦਰ ਸ਼ਾਹੀ ਲੁੱਟ ਦਾ ਜ਼ਿਕਰ ਆਉਂਦਾ ਹੈ, ਨਾਦਰ ਸ਼ਾਹੀ ਕਤਲੇਆਮ ਦਾ ਜ਼ਿਕਰ ਆਉਂਦਾ ਹੈ,
ਕਿ ਇੱਕ ਬਹੁਤ ਵੱਡੀ ਲੁੱਟਮਾਰ ਦਿੱਲੀ ਦੇ ਵਿੱਚ ਕੀਤੀ ਗਈ ਜਦੋਂ ਨਾਦਰ ਸ਼ਾਹ ਫਤਿਹਯਾਬ ਹੋਇਆ, ਭਾਵ ਕਿ ਉਸਨੇ ਦਿੱਲੀ ਨੂੰ ਫਤਿਹ ਕੀਤਾ, ਔਰ ਵਾਪਸ ਜਾਂਦਾ ਜਾਂਦਾ ਉਹ ਸੈਂਕੜਿਆਂ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਊਠ, ਕਾਰੀਗਰ, ਘੋੜੇ, ਕੀਮਤੀ ਜਵਾਹਰਾਤ, ਕੋਹੇ-ਨੂਰ ਹੀਰਾ, ਇਸ ਤੋਂ ਇਲਾਵਾ ਇੱਕ ਹੋਰ ਹੀਰਾ ਵੀ ਸੀ, ਉਹ ਵੀ ਬੜਾ ਅਹਿਮ ਸੀ, ਔਰ ਤਖਤੇ ਤੌਸ ਨੂੰ ਸਜਾਉਣ ਦੇ ਵਾਸਤੇ ਜਿੰਨੇ ਵੀ ਕੀਮਤੀ ਲਾਲ, ਜਵਾਹਰ, ਮਾਣਕ ਤੇ ਹੀਰੇ ਵਰਤੇ ਜਾਂਦੇ ਸੀ। ਇਹਨਾਂ ਤੋਂ ਇਲਾਵਾ ਉਹ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਸੀਗੀਆਂ ਉਹ ਗੁਲਾਮਾਂ ਦੇ ਰੂਪ ਦੇ ਵਿੱਚ ਇੱਥੋਂ ਲੈ ਕੇ ਵਾਪਸ ਜਾ ਰਿਹਾ ਸੀ। ਤੇ ਜਦੋਂ ਉਹ ਪੰਜਾਬ ਵੱਲ ਨੂੰ ਪਹੁੰਚਿਆ ਤਾਂ ਉਸ ਸਮੇਂ ਪੰਜਾਬ ਦੇ ਸੂਰਬੀਰ ਯੋਧਿਆਂ ਨੇ, ਜਿਨ੍ਹਾਂ ਦੇ ਵਿੱਚ ਸਰਦਾਰ ਨਵਾਬ ਕਪੂਰ ਸਿੰਘ, ਬੇਸ਼ੱਕ ਉਦੋਂ ਨਵਾਬੀ ਜਾ ਚੁੱਕੀ ਸੀ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹਤ ਸਿੰਘ ਹੁਣੀ, ਸਰਦਾਰ ਹਰੀ ਸਿੰਘ ਹੁਣੀ, ਇਹਨਾਂ ਸਾਰੇ ਸਿੰਘਾਂ ਦੇ ਜਥਿਆਂ ਨੇ ਉਸ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਔਰ ਜਿਹੜੀ ਹਮਲਿਆਂ ਦੀ ਨੀਤੀ ਸੀ, ਜਿਸ ਨੂੰ ਕਮਾਨਗੋਸ਼ ਨੀਤੀ ਕਿਹਾ ਜਾਂਦਾ ਹੈ, ਇਸ ਨੀਤੀ ਦਾ ਜ਼ਿਕਰ ਜਿਹੜਾ ਸਭਰਾਵਾਂ ਦੀ ਜੰਗ ਦੇ ਵਿੱਚ ਸ਼ਾਮ ਸਿੰਘ ਅਟਾਰੀ ਦੇ ਬਾਰੇ ਜ਼ਿਕਰ ਕਰਦਿਆਂ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਦੇ ਵਿੱਚ ਵੀ ਕੀਤਾ ਹੈ। ਉਸ ਨੀਤੀ ਦੇ ਬਾਰੇ ਕਿ ਸਿੰਘਾਂ ਦੀ ਜੰਗ ਦੀ ਕਮਾਨਗੋਸ਼ ਨੀਤੀ ਕੀ ਸੀ, ਕਿਸੇ ਅਖਲੇ ਵਿਖਿਆਨ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ। ਸੋ ਅੱਜ ਮੈਂ ਕੇਵਲ ਤੇ ਕੇਵਲ ਇਸ ਪ੍ਰਕਰਣ ਤੱਕ ਸੀਮਤ ਹਾਂ ਕਿ ਉਸ ਸਮੇਂ ਸਿੰਘਾਂ ਨੇ ਅਬਦਾਲੀ ਦੀਆਂ ਫੌਜੀ ਟੁਕੜੀਆਂ ਦੇ ਉੱਪਰ ਹਮਲੇ ਕੀਤੇ, ਔਰ ਜਿਹੜੀਆਂ ਬੱਚੀਆਂ ਨੂੰ ਉਹ ਬੰਦੀ ਬਣਾ ਕੇ ਗੁਲਾਮਾਂ ਦੇ ਰੂਪ ਦੇ ਵਿੱਚ, ਜਾਂ ਕਹਿ ਸਕਦੇ ਹੋ ਕਿ ਵੱਡੇ ਵੱਡੇ ਜਿਹੜੇ ਉਸ ਸਮੇਂ ਦੇ ਸ਼ਾਹੀ ਅਹਿਲਕਾਰ ਸੀ ਉਹਨਾਂ ਦੀ ਖਿਦਮਤ ਦੇ ਵਾਸਤੇ ਲਿਜਾ ਰਿਹਾ ਸੀ, ਉਹਨਾਂ ਸਾਰੀਆਂ ਨੂੰ ਸਿੱਖਾਂ ਨੇ ਹਮਲੇ ਕਰਕੇ ਅਬਦਾਲੀ ਜਾਂ ਉਸ ਦੇ ਅਹਿਲਕਾਰਾਂ ਦੀ ਕੈਦ ਦੇ ਵਿੱਚੋਂ ਛਡਾਇਆ। ਕੇਵਲ ਇਹ ਨਾ ਸਮਝੀਏ ਕਿ ਉਸ ਨੇ ਹਿੰਦੁਸਤਾਨ ਦੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਗੈਰ ਮੁਸਲਿਮ ਸੀ ਉਹਨਾਂ ਨੂੰ ਹੀ ਨਾਲ ਲਿਜਾਇਆ, ਬਲਕਿ ਉਸ ਨੇ ਉਸ ਵੇਲੇ ਆਪਣੇ ਬੇਟੇ ਨਾਸਿਰ ਖਾਨ ਦਾ ਜਿਹੜਾ ਨਿਕਾਹ ਹੈ ਉਹ ਵੀ ਮੁਹੰਮਦ ਸ਼ਾਹ ਦੀ ਬੇਟੀ ਦੇ ਨਾਲ ਕਰ ਦਿੱਤਾ, ਭਾਵ ਕਿ ਹਿੰਦੁਸਤਾਨ ਦੇ ਬਾਦਸ਼ਾਹ ਦੀ ਬੇਟੀ ਨੂੰ ਵੀ ਉਹ ਨੌਂ ਬਣਾ ਕੇ ਆਪਣੇ ਨਾਲ ਲੈ ਗਿਆ। ਵੈਸੇ ਤਾਂ ਇਤਿਹਾਸਕ ਸਰੋਤਾਂ ਦੇ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਇੱਕ ਹੋਰ ਦਿੱਲੀ ਦੇ ਜਰਨੈਲ ਮੁਜ਼ੱਫਰ ਖਾਨ ਦੀ ਬੇਟੀ ਨੂੰ ਉਹ ਆਪਣੇ ਘਰ, ਭਾਵ ਕਿ ਆਪ ਨਿਕਾਹ ਕਰਨਾ ਚਾਹੁੰਦਾ ਸੀ, ਪਰ ਉਸ ਦੀ ਛੋਟੀ ਪਤਨੀ ਨੇ ਉਸ ਨੂੰ ਇਸ ਕਰਮ ਤੋਂ ਵਰਜ ਦਿੱਤਾ। ਸੋ ਇਹ ਜਦੋਂ ਵਾਪਸ ਜਾ ਰਿਹਾ, ਇਹ 1739 ਦਾ ਸਮਾਂ ਹੈ, ਤੇ ਉਹ ਸਮਾਂ ਹੈ ਜਦੋਂ ਜਿਹੜੇ ਇਹ ਸਿੱਖ ਜਥੇ ਨੇ ਜੰਗਲਾਂ ਦੇ ਵਿੱਚ ਵਿਚਰਦੇ ਨੇ, ਕਿਉਂਕਿ ਇੱਕ ਪਾਸੇ ਤਾਂ ਜ਼ਕਰੀਆ ਖਾਨ ਦੇ ਵੱਲੋਂ ਇਹ ਜਨਤਕ ਤੌਰ ਤੇ ਹੁਕਮ ਹੈ ਕਿ ਸਿੱਖਾਂ ਦਾ ਜਨਤਕ ਕਤਲੇਆਮ ਕੀਤਾ ਜਾਵੇ। ਸੋ ਇਹ ਜੰਗਲਾਂ ਦੇ ਵਿੱਚ ਰਹਿੰਦੇ ਨੇ, ਬੜੇ ਔਖੇ ਸਮਿਆਂ ਦੇ ਵਿੱਚ ਇਹ ਆਪਣਾ ਜੀਵਨ ਬਤੀਤ ਕਰ ਰਹੇ ਨੇ, ਪਰ ਇਹਦੇ ਬਾਵਜੂਦ ਵੀ ਇਹ ਕੁਝ ਥਾਵਾਂ ਦੇ ਉੱਪਰ ਹਮਲੇ ਕਰਕੇ ਗੋਲਾ ਬਰੂਦ ਵੀ ਉਸ ਦਾ ਖੋਹਦੇ ਨੇ, ਔਰ ਜਿੰਨੀਆਂ ਬੱਚੀਆਂ ਨੂੰ ਉਹ ਗੁਲਾਮ ਬਣਾ ਕੇ ਵਾਪਸ ਲੈ ਕੇ ਜਾ ਰਿਹਾ ਉਹਨਾਂ ਸਾਰੀਆਂ ਨੂੰ ਛਡਾਉਂਦੇ ਨੇ। ਸੋ ਇਹ ਕਹਿਣ ਤੋਂ ਭਾਵ ਹੈ ਕਿ ਇਹਦੇ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਤੱਕ ਲਗਾਤਾਰ ਇਹ ਜਿਹੜਾ ਕਾਰਜਕ੍ਰਮ ਸੀ ਇਹ ਚੱਲਦਾ ਰਿਹਾ ਕਿ ਜਦੋਂ ਵੀ ਕੋਈ ਵਿਦੇਸ਼ੀ ਹਮਲਾਵਰ ਹਿੰਦੁਸਤਾਨ ਦੀਆਂ ਬੱਚੀਆਂ ਨੂੰ ਅਗਵਾ ਕਰਕੇ ਜਾਂ ਗੁਲਾਮ ਬਣਾ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਸੀ ਤਾਂ ਖਾਲਸਾਈ ਜਿਹੜੇ ਜਰਨੈਲ ਸੀ ਉਸ ਦਾ ਰਾਹ ਰੋਕਦੇ ਸੀ, ਔਰ ਉਹਨਾਂ ਬੱਚੀਆਂ ਨੂੰ ਉਹਨਾਂ ਦੇ ਕੋਲੋਂ ਛਡਾ ਕੇ ਮਹਿਫੂਜ਼ ਉਹਨਾਂ ਦੇ ਘਰਾਂ ਤੱਕ ਲੈ ਕੇ ਜਾਂਦੇ ਸੀ। ਇਸੇ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਨਾਮ ਦੇ ਨਾਲ ਬੰਦੀ ਛੋੜ ਸ਼ਬਦ ਵੀ ਜੁੜ ਗਿਆ ਬਾਅਦ ਦੇ ਵਿੱਚ। ਪਰ ਹੁਣ ਗੱਲ ਆ ਜਾਂਦੀ ਹੈ 12 ਵਜੇ ਦੀ, ਕਿਉਂਕਿ 12 ਵਜੇ ਭਾਵ ਕਿ ਜਿਹੜਾ ਅਜੋਕੇ ਸਮੇਂ ਦੇ ਵਿੱਚ ਘੜੀਆਂ ਜਿਹੜੀਆਂ ਸਾਡੀਆਂ ਨੇ ਜਿਨ੍ਹਾਂ ਦੇ ਉੱਪਰ 12, 1, 2, 3 ਵੱਜਦੇ ਨੇ, ਇਹਨਾਂ ਘੜੀਆਂ ਦੀ ਵਰਤੋਂ ਤਾਂ ਸਿੱਖ ਪਰੰਪਰਾ ਦੇ ਵਿੱਚ ਜਾਂ ਕਹਿ ਸਕਦੇ ਹੋ ਕਿ ਸਿੱਖ ਤਵਾਰੀਖ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਵੀ ਸਾਨੂੰ ਨਹੀਂ ਮਿਲਦੀ। ਇਸ ਕਹਿ ਸਕਦੇ ਹੋ ਕਿ ਸਾਰੇ ਪਿਛੋਕੜ ਨੂੰ ਜਾਂ ਵਾਰਤਾਲਾਪ ਨੂੰ ਸਮਝਣ ਦੇ ਵਾਸਤੇ ਕਿ 12 ਵਜੇ ਦੀ ਗੱਲ ਕਿੱਥੋਂ ਆਈ, ਸਾਨੂੰ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਪੁਰਾਣੇ ਸਮਿਆਂ ਦੇ ਵਿੱਚ ਜਾਣਾ ਪਵੇਗਾ ਕਿ ਕਿਸੇ ਸਮੇਂ ਉਹ ਸਮਾਂ ਸੀ ਜਿਨ੍ਹਾਂ ਸਮਿਆਂ ਦੇ ਵਿੱਚ ਇਹ ਜਿਹੜੀਆਂ ਸੈਂਡ ਵਾਚਸ, ਜਿਨ੍ਹਾਂ ਨੂੰ ਰੇਤ ਦੇ ਨਾਲ ਟਾਈਮ ਵੇਖਣ ਵਾਲੀਆਂ ਘੜੀਆਂ ਕਿਹਾ ਜਾਂਦਾ ਸੀ, ਉਹ ਵਰਤੀਆਂ ਜਾਂਦੀਆਂ ਸੀ ਕਿ ਸ਼ੀਸ਼ੇ ਦੇ ਦੋ ਜਿਹੜੇ ਸੀਗੇ ਇਸ ਤਰ੍ਹਾਂ ਦੇ ਦੋ ਪੈਮਾਨੇ ਹੁੰਦੇ ਸੀ ਕਿ ਉਹਨਾਂ ਦੇ ਵਿੱਚ ਜਿਹੜੀ ਹੈ ਉਹ ਰੇਤ ਭਰ ਦਿੱਤੀ ਜਾਂਦੀ ਸੀ, ਤੇ ਇੱਕ ਚੋਂ ਦੂਜੇ ਦੇ ਵਿੱਚ ਉਹ ਜਦੋਂ ਰੇਤ ਕਿਰਦੀ ਸੀ ਤੇ ਉਸ ਟਾਈਮ ਨੂੰ ਜਿਹੜਾ ਕਿਹਾ ਜਾਂਦਾ ਸੀਗਾ ਕਿ 1 ਯੂਨਿਟ ਮੰਨ ਲਿਆ ਜਾਂਦਾ ਸੀ। ਪਰ ਇਹ ਵੱਖ-ਵੱਖ ਜਗ੍ਹਾ ਦੇ ਉੱਪਰ ਉਹ ਕਿਹੜਾ ਯੂਨਿਟ ਛੋਟਾ ਹੈ ਜਾਂ ਵੱਡਾ ਹੈ, ਉਸ ਸਮੇਂ ਦੇ ਵਿੱਚ ਉਹ ਜਿਹੜੀਆਂ ਰੇਤ ਘੜੀਆਂ ਸੀ ਉਹਨਾਂ ਦੇ ਜਿਹੜੇ ਸ਼ੀਸ਼ੇ ਦੇ ਉਹ ਬਰਤਨ ਨੇ ਉਹਨਾਂ ਦੇ ਆਕਾਰ ਦੇ ਉੱਪਰ ਜਿਹੜਾ ਉਹ ਨਿਰਭਰ ਕਰਦਾ ਸੀ। ਉਸ ਤੋਂ ਬਾਅਦ ਪਾਣੀ ਵਾਲੀਆਂ ਘੜੀਆਂ ਦਾ ਜ਼ਿਕਰ ਵੀ ਬਹੁਤ ਮਿਲਦਾ ਹੈ। ਈਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਉਸ ਦਾ ਬੜਾ ਪਿਆਰਾ ਜ਼ਿਕਰ ਕੀਤਾ ਸੀ। ਆਸਾ ਦੀ ਵਾਰ ਦੇ ਵਿੱਚ ਵੀ ਸਰਵਣ ਕਰਦੇ ਹਾਂ, ਕੋ ਰਹੇ ਨਾ ਭਰੀਏ ਪਾਈਏ,
ਉਸ ਨੂੰ ਭਾਈ ਕਿਹਾ ਜਾਂਦਾ ਸੀ ਕਿ ਜਿਹਦੇ ਬਾਰੇ ਜੇਕਰ ਤੁਸੀਂ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਖੋਜ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਵਿੱਚ ਤੁਹਾਨੂੰ ਜ਼ਿਕਰ ਮਿਲੇਗਾ ਕਿ ਇੱਕ 12 ਉਂਗਲ ਡੂੰਘੀ ਜਿਹੜੀ ਹੈ ਉਹ ਤਾਂਬੇ ਦੀ ਕੌਲੀ ਹੁੰਦੀ ਸੀ ਤੇ ਉਹਦੇ ਵਿੱਚ ਸੋਨੇ ਦੀ ਤਾਰ ਜਿੰਨਾ ਇੱਕ ਸੁਰਾਖ ਕਰਕੇ ਉਹਨੂੰ ਪਾਣੀ ਦੇ ਭਰੇ ਬਰਤਨ ਦੇ ਵਿੱਚ ਰੱਖ ਦਿੱਤਾ ਜਾਂਦਾ ਸੀ। ਹੌਲੀ ਹੌਲੀ ਪਾਣੀ ਭਰਦਾ ਸੀ ਤੇ ਜਦੋਂ ਉਹ ਭਰ ਕੇ ਡੁੱਬ ਜਾਂਦੀ ਸੀ ਉਹਨੂੰ ਵਕਤ ਦਾ ਇੱਕ ਪੈਮਾਨਾ ਜਿਹੜਾ ਉਹ ਨਿਯਤ ਕੀਤਾ ਜਾਂਦਾ ਸੀ ਔਰ ਉਹਦੇ ਵਿੱਚ ਵੀ ਜਿਹੜੇ ਉਹਦੇ ਭਰ ਤੇ ਡੁੱਬਣ ਦਾ ਜਿਹੜਾ ਵਕਤ ਹੈ ਉਹ ਵੱਖ-ਵੱਖ ਹੁੰਦਾ ਸੀ ਕਿ ਕੌਲੀ ਦਾ ਜਾਂ ਉਸ ਛੋਟੇ ਬਰਤਨ ਦਾ ਆਕਾਰ ਕੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਹੋਰ ਪ੍ਰਮਾਣ ਵੀ ਆਪ ਨੂੰ ਯਾਦ ਹੋਵੇਗਾ, ਮੁਹਲਤ ਪੁੰਨੀ ਪਾਈ ਭਰੀ ਜਾਨੀੜਾ ਘੱਤ ਚਲਾਇਆ, ਕਿ ਜਦੋਂ ਸਰੀਰ ਰੂਪੀ ਇਹ ਜਿਹੜਾ ਭਾਂਡਾ ਹੈ ਇਹਦੇ ਵਿੱਚ ਸਾਹਾਂ ਦੇ ਭਰਨ ਦੀ ਜਿਹੜੀ ਪਾਈ ਹੈ ਉਹ ਭਰ ਗਈ ਤੇ ਮਨੁੱਖ ਨੇ ਇਸ ਸੰਸਾਰ ਤੋਂ ਚਲੇ ਜਾਣਾ। ਸੋ ਉਸ ਸਮੇਂ ਵੀ ਇਹ ਕੋਈ ਪਾਈ ਸੀ ਜਿਹੜੀ ਉਹ ਇੱਕ ਘੜੀ ਦੇ ਵਿੱਚ, ਕੋਈ 2 ਘੜੀਆਂ ਦੇ ਵਿੱਚ, ਕੋਈ 3 ਘੜੀਆਂ ਦੇ ਵਿੱਚ, ਕੋਈ 7 ਘੜੀਆਂ ਦੇ ਵਿੱਚ, ਉਹ ਵੀ ਵੱਖ-ਵੱਖ ਆਕਾਰ ਸੀ। ਉਸ ਤੋਂ ਬਾਅਦ ਜਿਹੜੀਆਂ ਸੀਗੀਆਂ ਉਹ ਸੂਰਜੀ ਘੜੀਆਂ ਜਿਹੜੀਆਂ ਸੀ ਉਹ ਆ ਗਈਆਂ, ਜਿਨ੍ਹਾਂ ਨੂੰ ਸਨ ਡਾਇਲ ਵਾਚਸ ਕਿਹਾ ਜਾਂਦਾ ਸੀ। ਉਹ ਜਿਹੜੀਆਂ ਕਿ ਕਹਿ ਸਕਦੇ ਹੋ ਕਿ ਪੱਥਰ ਦੇ ਉੱਪਰ ਇੱਕ ਧਾਤ ਦੇ ਤਿਕੋਣ ਨੂੰ ਇਸ ਤਰ੍ਹਾਂ ਦੇ ਨਾਲ ਟਿਕਾਇਆ ਜਾਂਦਾ ਸੀ ਕਿ ਉਹ ਸੂਰਜ ਦੇ ਪਰਛਾਵੇਂ ਦੇ ਨਾਲ ਘੜੀਆਂ ਔਰ ਪਹਿਰਾਂ ਦੇ ਵਿੱਚ ਵਕਤ ਦੱਸਿਆ ਕਰਦੀ ਸੀ। ਜੇਕਰ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਜਦੋਂ ਦਰਸ਼ਨ ਕਰਨ ਜਾਂਦੇ ਹੋ ਤੇ ਧਿਆਨ ਨਾਲ ਕਿਤੇ ਤੁਹਾਨੂੰ ਵੇਖਣ ਦਾ ਜਾਚਣ ਦਾ ਮੌਕਾ ਮਿਲੇ ਤਾਂ ਦਰਸ਼ਨੀ ਡੇੜੀ ਤੋਂ ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨ ਕਰਨ ਵਾਸਤੇ ਜਾ ਰਹੇ ਹੁੰਦੇ ਆ ਤੇ ਰਸਤੇ ਦੇ ਵਿੱਚ ਸਰਦਾਰ ਲਹਿਣਾ ਸਿੰਘ ਦੇ ਵੱਲੋਂ ਤਿਆਰ ਕੀਤੀ ਉਹ ਜਿਹੜੀ ਧੁੱਪ ਘੜੀ ਆ ਸੁਸ਼ੋਭਿਤ ਹੈ। ਸੋ ਇਸ ਦਾ ਮਤਲਬ ਹੈ ਕਿ ਰਣਜੀਤ ਸਿੰਘ ਦੇ ਸਮੇਂ ਤੱਕ ਵੀ ਜਿਹੜਾ ਸ਼ੇਰੇ ਪੰਜਾਬ ਦਾ ਸਮਾਂ ਸੀ ਉਦੋਂ ਤੱਕ ਵੀ ਇਹ ਜਿਹੜੀਆਂ 12 ਵਜੇ ਵਾਲੀਆਂ, 1 ਵਜੇ ਵਾਲੀਆਂ, 2 ਵਜੇ ਵਾਲੀਆਂ ਜਿਹੜੀਆਂ ਘੜੀਆਂ ਉਹ ਹੋਂਦ ਦੇ ਵਿੱਚ ਨਹੀਂ ਸੀ ਆਈਆਂ। ਹੁਣ ਸਵਾਲ ਸਾਡਾ ਫਿਰ ਉੱਥੇ ਖੜਾ ਹੈ ਕਿ ਜੇਕਰ ਸਿੱਖ ਤੁਰਕਾਂ ਜਾਂ ਮੁਗਲਾਂ ਦੇ ਪੰਜਿਆਂ ਦੇ ਵਿੱਚੋਂ ਭਾਰਤ ਦੀਆਂ ਬੱਚੀਆਂ ਨੂੰ ਛਡਾਉਣ ਦੇ ਵਾਸਤੇ ਜਿਹੜਾ ਵਕਤ ਮਿੱਥਦੇ ਨੇ ਤੇ ਜਦੋਂ ਛਡਾਉਂਦੇ ਨੇ ਤੇ ਉਹ 12 ਵਜੇ ਦੇ ਨਾਲ ਕਿਵੇਂ ਜੁੜ ਜਾਂਦਾ ਹੈ ਤੇ ਉਹ 12 ਵੱਜਣ ਦਾ ਜਿਹੜਾ ਉਹ ਅਰਥ ਕੀ ਹੈ। ਦਰਅਸਲ ਤੁਸੀਂ ਪੰਜਾਬੀ ਦੇ ਵਿੱਚ ਅਕਸਰ ਜਦੋਂ ਕਿਸੇ ਬੰਦੇ ਦੇ ਬੜੇ ਚੰਗੇ ਦਿਨ ਹੋਣ ਤਾਂ ਕਿਹਾ ਜਾਂਦਾ ਹੈ ਕਿ ਫਲਾਣੇ ਦੇ ਤਾਂ ਪੌਂ 12 ਨੇ। ਹੁਣ ਇਹ ਪੌਂ 12, ਪੱਕੇ 12 ਤੇ 12 ਵੱਜਣੇ, ਇਹ ਜਿਹੜਾ ਇਹ ਸ਼ਬਦ ਨੇ ਇਹ ਜਿੱਤ ਦੇ ਸੂਚਕ ਨੇ। ਸੋ ਅਕਸਰ ਜਦੋਂ ਸਿੱਖ ਜਿਹੜੇ ਜਥੇ ਸੀਗੇ ਜਾਂ ਸਿੱਖ ਜਰਨੈਲ ਸੀ ਉਹ ਇਹਨਾਂ ਮੁਗਲਾਂ ਦੇ ਕੋਲੋਂ, ਤੁਰਕਾਂ ਦੇ ਕੋਲੋਂ ਬੱਚੀਆਂ ਨੂੰ ਛਡਾਉਂਦੇ ਸੀ ਤਾਂ ਵਾਰਤਾਲਾਪ ਦੇ ਵਿੱਚ ਇਹ ਅਕਸਰ ਜਾਂ ਜਿਹੜੇ ਉਹਨਾਂ ਦੇ ਸਮਾਜ ਦੇ ਵਿੱਚ ਵੀ ਇਸ ਕਾਰੇ ਦੇ ਬਾਰੇ ਵਾਰਤਾਲਾਪ ਹੁੰਦੀ ਸੀ ਤੇ ਕਿਹਾ ਜਾਂਦਾ ਸੀ ਸਿੰਘਾਂ ਦੀਆਂ 12 ਪੈ ਗਈਆਂ। 12 ਪੈਣ ਦਾ ਮਤਲਬ ਜਿਹੜਾ ਹੈ ਇਹ ਨੂੰ ਸਮਝਣ ਦੇ ਵਾਸਤੇ ਤੁਹਾਨੂੰ ਪੁਰਾਣੇ ਸਮਿਆਂ ਦੇ ਵਿੱਚ ਇੱਕ ਖੇਡ ਖੇਡੀ ਜਾਂਦੀ ਸੀ ਜਿਸ ਨੂੰ ਚੌਸਰ ਕਿਹਾ ਜਾਂਦਾ ਸੀ। ਮਹਾਭਾਰਤ ਦਾ ਜਿਹੜਾ ਕਹਿ ਸਕਦੇ ਹੋ ਕਿ ਸਾਰੀ ਵਾਰਤਾਲਾਪ ਹੈ ਜੋ ਉਹਦੇ ਵਿੱਚ ਕਹਾਣੀ ਹੈ ਕੌਰਵਾਂ ਔਰ ਪਾਂਡਵਾਂ ਦੀ, ਉਹਦੇ ਵਿੱਚ ਸ਼ਕਨੀ ਨੂੰ ਉਸਦਾ ਚੰਗਾ ਖਿਡਾਰੀ ਜਿਹੜਾ ਉਹ ਮੰਨਿਆ ਜਾਂਦਾ। ਹੁਣ ਜਿਹੜੀ ਚੌਸਰ ਦੀ ਖੇਡ ਹੈ ਇਸ ਦੇ ਜਿਹੜੇ ਨੇ ਉਹ 24 ਖਾਨਿਆਂ ਦੇ 4 ਹਿੱਸੇ ਹੁੰਦੇ ਨੇ, ਭਾਵ ਕਿ 96 ਖਾਨੇ ਹੁੰਦੇ ਨੇ ਤੇ ਬਾਅਦ ਦੇ ਵਿੱਚ ਪਾਸ਼ਿਆਂ ਦੇ ਨਾਲ ਜਿਹੜੀਆਂ ਅੱਜ ਅਸੀਂ ਲੁੱਡੋ ਦੇ ਡਾਇਸ ਵੀ ਕਹਿ ਸਕਦੇ ਹਾਂ ਜਿਹਦੇ ਉੱਪਰ 6 ਦੇ 2 ਨਿਸ਼ਾਨ ਹੁੰਦੇ ਨੇ, ਉਹਨਾਂ ਦੇ ਨਾਲ ਖੇਡਣ ਦੀ ਜਿਹੜੀ ਕਿਰਿਆ ਹੈ ਜਾਂ ਖੇਡਣ ਦਾ ਵਿਧਾਨ ਹੈ ਬਾਅਦ ਦੇ ਵਿੱਚ ਸ਼ੁਰੂ ਹੋਇਆ ਹੈ। ਉਸ ਤੋਂ ਪਹਿਲਾਂ ਇਸ ਨੂੰ ਕੌਡੀਆਂ ਦੇ ਨਾਲ ਖੇਡਿਆ ਜਾਂਦਾ ਸੀ। ਉਹੀ ਕੌਡੀ ਜਿਹੜੀ ਕਿਸੇ ਸਮੇਂ ਦੇ ਵਿੱਚ ਮੁਦਰਾ ਦਾ ਭਾਵ ਕਿ ਕਰੰਸੀ ਦਾ ਇੱਕ ਪੈਮਾਨਾ ਵੀ ਮੰਨੀ ਜਾਂਦੀ ਸੀ। ਅਸੀਂ ਜਦੋਂ ਗੁਰੂ ਸਾਹਿਬ ਜਨੇਊ ਦਾ ਖੰਡਨ ਕਰਦੇ ਨੇ ਤੇ ਬੜਾ ਪਿਆਰਾ ਫਰਮਾਨ ਕਰਦੇ ਨੇ, ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ, ਚੌਕੜ 4 ਕੌਡੀਆਂ, 4 ਕੌਡੀਆਂ ਨੂੰ ਤਕਰੀਬਨ ਲਗਭਗ 1 ਆਨਾ ਜਿਹੜਾ ਉਹ ਗਿਣਿਆ ਜਾਂਦਾ ਸੀ। ਸੋ ਜਦੋਂ ਇਹ ਚੌਸਰ ਦੀ ਖੇਡ ਖੇਡੀ ਜਾਂਦੀ ਸੀ ਤਾਂ ਇਹਦੇ ਵਿੱਚ ਸਭ ਤੋਂ ਪਹਿਲੀ ਕਹਿੰਦੇ ਕਿ ਜਿੱਤ ਦਾ ਆਧਾਰ ਉਹ ਬਣਦਾ ਸੀ ਜੇ ਕਿਸੇ ਦੇ 12 ਵੱਜ ਜਾਣ। 12 ਵੱਜਣ ਤੋਂ ਭਾਵ ਇਹ ਹੁੰਦਾ ਸੀ ਕਿ 6 ਕੌਡੀਆਂ ਜਿਹੜੀਆਂ ਸੀ ਉਹ ਸੁੱਟੀਆਂ ਜਾਂਦੀਆਂ ਸੀ, ਮਾਊਥ ਅਪ ਤੇ ਮਾਊਥ ਡਾਊਨ, ਇਹ 2 ਚੀਜ਼ਾਂ ਹੁੰਦੀਆਂ ਨੇ ਕੌਡੀ ਦੀਆਂ। ਇੱਕ ਪਾਸੇ ਉਸਦਾ ਖੁੱਲਾ ਮੂੰਹ ਹੁੰਦਾ ਹੈ, ਇੱਕ ਪਾਸੇ ਬੰਦ ਮੂੰਹ ਹੁੰਦਾ ਹੈ। ਜੇਕਰ ਖੁੱਲੇ ਮੂੰਹ ਵਾਲੀਆਂ ਜਿਹੜੀਆਂ 6 ਦੀਆਂ 6 ਉੱਪਰ ਹੋਣ ਤਾਂ ਉਸ ਨੂੰ ਕੱਚੇ 12 ਕਿਹਾ ਜਾਂਦਾ ਹੈ ਤੇ ਭਾਵ ਸਿਰਫ 12 ਨੰਬਰ ਜਿਹੜੇ ਮਿਲਦੇ ਨੇ। ਤੇ ਜੇਕਰ 6 ਦੀਆਂ 6 ਮੁੱਦੀਆਂ ਹੋਣ ਤੇ ਉਸ ਨੂੰ ਪੌਂ 12, ਪੱਕੇ 12 ਜਾਂ 12 ਵੱਜਣੇ ਕਿਹਾ ਜਾਂਦਾ ਹੈ, ਕਿਉਂਕਿ ਉਹਦੇ ਨਾਲ ਚੌਸਰ ਦੀ ਖੇਡ ਸ਼ੁਰੂ ਕਰਨ ਦਾ ਮੌਕਾ ਜਿਹੜਾ ਉਸ ਜੇਤੂ ਖਿਡਾਰੀ ਨੂੰ ਮਿਲਦਾ ਹੈ, ਉਸ ਨੂੰ 24 ਨੰਬਰ ਮਿਲਦੇ ਨੇ ਤੇ ਇਹਦੇ ਤੋਂ ਇਲਾਵਾ ਇਸ ਬੋਨਸ ਪੁਆਇੰਟ ਤੋਂ ਇਲਾਵਾ ਉਸ ਨੂੰ ਦੁਬਾਰਾ ਵਾਰੀ ਚੱਲਣ ਦਾ ਵੀ ਮੌਕਾ ਮਿਲਦਾ ਹੈ। ਸੋ ਇਸ ਕਰਕੇ ਇਸ ਨੂੰ ਜਿੱਤ ਨੂੰ ਕਹਿੰਦੇ ਹੋ ਕਿ ਜਿਹੜੀ ਪਹਿਲੀ ਜਿੱਤ ਹੁੰਦੀ ਸੀ, ਕਿ ਜਿਹਨੂੰ ਅਸੀਂ ਕਹਿੰਦੇ ਕਿ ਪਹਿਲੀ ਸੱਟੀ ਜਿਹੜੀ ਜਿੱਤ ਪ੍ਰਾਪਤ ਹੋ ਜਾਣੀ, ਉਸ ਨੂੰ 12 ਵੱਜਣੇ, ਪੌਂ 12 ਜਾਂ ਪੱਕੇ 12 ਜਿਹੜੇ ਸ਼ਬਦ ਹੈ
ਉਹਨਾਂ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਨਿਰਧਾਰਿਤ ਕੀਤਾ ਜਾਂਦਾ ਸੀ। ਜਦੋਂ ਮੈਂ ਇਸ ਸਾਰੇ ਪ੍ਰਕਰਣ ਦੇ ਉੱਪਰ ਖੋਜ ਕਰ ਰਿਹਾ ਸੀ ਤਾਂ ਮੇਰੀ ਚੰਡੀਗੜ੍ਹ ਦੇ ਵਿੱਚ ਸਰਦਾਰ ਅਜੇਪਾਲ ਸਿੰਘ ਬਰਾੜ ਹੋਣਾ ਦੇ ਨਾਲ ਵੀ ਇਸ ਦੇ ਬਾਰੇ ਵਾਰਤਾਲਾਪ ਹੋਈ। ਤਾਂ ਸ਼ਾਇਦ ਉਹਨਾਂ ਦਾ ਤਾਂ ਮੇਰਾ ਇੱਕ ਖਿਆਲ ਸੀਗਾ ਕਿ ਸ਼ਾਇਦ ਜਿਹੜੀ ਸਿੱਖ ਅੰਗਰੇਜ਼ਾਂ ਦੀ ਜੰਗ ਹੈ ਤੇ ਉਹਦੇ ਬਾਰੇ ਜਿਹੜੇ ਜਨਰਲ ਗੱਫ ਨੇ ਕਿਹਾ ਜਾਂਦਾ ਸੀ ਕਿ ਸ਼ਬਦ ਵਰਤੇ ਨੇ ਕਿ ਜਦੋਂ ਸਿੱਖਾਂ ਦੀ ਹਾਰ ਹੋ ਗਈ ਤੇ ਉਸਨੇ ਕਿਹਾ ਕਿ ਸਿੱਖਾਂ ਦੇ ਜਿਹੜੇ ਨੇ ਹੁਣ 12 ਵੱਜ ਗਏ ਨੇ। ਪਰ ਉਸ ਕਿਤਾਬ ਦੇ ਵਿੱਚੋਂ ਵੀ ਅਸੀਂ ਕਾਫੀ ਖੋਜਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚੋਂ ਕੇਵਲ ਇੰਨਾ ਪ੍ਰਮਾਣ ਮਿਲਿਆ ਕਿ ਦੁਪਹਿਰ ਦੇ ਸਮੇਂ ਜਿਹੜੀ ਹੈ ਉਹ ਅੰਗਰੇਜ਼ਾਂ ਦੀ ਜਿਹੜੀ ਜਿੱਤ ਹੈ ਉਹ ਤਕਰੀਬਨ ਨਿਸ਼ਚਿਤ ਹੋ ਚੁੱਕੀ ਸੀ, ਪਰ 12 ਵਜੇ ਸ਼ਬਦ ਸਾਨੂੰ ਤਕਰੀਬਨ ਉਹਦੇ ਵਿੱਚੋਂ ਵੀ ਨਹੀਂ ਮਿਲਿਆ। ਸੋ ਆ ਜਾ ਕੇ ਜਿੰਨੇ ਕੁ ਇਤਿਹਾਸਕ ਸਰੋਤਾਂ ਦੀ ਖੋਜ ਕੀਤੀ ਉਹਦੇ ਵਿੱਚੋਂ ਸਾਨੂੰ ਇਹੀ ਪ੍ਰਮਾਣਿਤ ਸ਼ਬਦ ਮਿਲਿਆ ਕਿ ਸਿੰਘਾਂ ਦੀ ਜਿਹੜੀ ਉਹਨਾਂ ਹਮਲਿਆਂ ਦੇ ਵਿੱਚ ਕਹਿ ਸਕਦੇ ਹੋ ਕਿ ਜਿਹੜੀ ਨਿਸ਼ਚਿਤ ਜਿੱਤ ਸੀ ਉਹਨੂੰ 12 ਵਜੇ ਦੇ ਰੂਪ ਦੇ ਵਿੱਚ, ਪੌਂ 12 ਦੇ ਰੂਪ ਦੇ ਵਿੱਚ ਜਾਂ ਪੱਕੇ 12 ਦੇ ਰੂਪ ਦੇ ਵਿੱਚ ਦਰਸਾਇਆ ਗਿਆ, ਜਿੱਥੋਂ ਇਹ ਆਮ ਜਨਤਕ ਲੋਕਾਂ ਦੇ ਵਿੱਚ ਚੱਲਦਾ ਜਿਹੜਾ ਮੁਹਾਵਰਾ ਹੈ ਉਹ ਸਿੰਘਾਂ ਦੇ 12 ਵਜਣੇ ਦੇ ਨਾਲ ਜੁੜ ਗਿਆ। ਸੋ ਉਹ ਕਿਸੇ ਵੀ ਰੂਪ ਦੇ ਵਿੱਚ ਕਹਿ ਸਕਦੇ ਹੋ ਕਿ ਕਿਸੇ ਨਕਾਰਾਤਮਕ ਪ੍ਰਕਿਰਿਆ ਦਾ ਸੂਚਕ ਨਹੀਂ। ਇਹਦਾ 12 ਵੱਜਣ ਦਾ ਜਾਂ 12 ਪੈਣ ਦਾ ਜਾਂ ਪੱਕੇ 12 ਦਾ ਇਹਦਾ ਜਿਹੜਾ ਭਾਵ ਸੀ ਉਹ ਇਹ ਬਣਦਾ ਕਿ ਸਿੱਖਾਂ ਦੀ ਜਿੱਤ ਜਿਹੜੀ ਆ ਉਹ ਨਿਸ਼ਚਿਤ ਹੋ ਗਈ ਕਿ ਪਹਿਲੇ ਹਮਲੇ ਦੇ ਵਿੱਚ ਹੀ ਉਹਨਾਂ ਨੇ ਉਹਨਾਂ ਦੀਆਂ ਬੱਚੀਆਂ ਨੂੰ ਛੁਡਾ ਕੇ ਲੈ ਆਂਦਾ। ਸੋ ਇਹ ਬੇਸ਼ੱਕ ਛੋਟੀਆਂ ਕਹਿ ਸਕਦੇ ਹੋ ਕਿ ਇੱਕ ਰਮਜ਼ਾਂ ਜਿਹੀਆਂ ਨੇ, ਜਾਂ ਕਹਿ ਸਕਦੇ ਹੋ ਕਿ ਛੋਟੇ ਜਿਹੇ ਨੁਕਤੇ ਨੇ। ਇਹਨਾਂ ਨੂੰ ਸਮਝਣ ਦੀ ਔਰ ਇਹਨਾਂ ਨੂੰ ਵਿਚਾਰ ਕਰਨ ਦੀ ਲੋੜ ਇਸ ਕਰਕੇ ਹੁੰਦੀ ਹੈ ਕਿ ਕਿਤੇ ਅਸੀਂ ਕਹੀਏ ਕਿ ਸਾਨੂੰ ਕਿਉਂ ਕਿਹਾ ਜਾਂਦਾ ਹੈ ਸਿੰਘਾਂ ਦੇ 12 ਵੱਜ ਗਏ, ਜਦੋਂ ਅਸੀਂ ਜਵਾਬ ਦਈਏ ਤੇ ਕਿਤੇ ਸਾਡਾ ਵਿਰੋਧੀ ਕਹੇ ਕਿ ਉਹਨਾਂ ਸਮਿਆਂ ਦੇ ਵਿੱਚ ਤਾਂ ਇਸ ਖਿੱਤੇ ਦੇ ਵਿੱਚ ਜਿਹੜੀਆਂ ਘੜੀਆਂ 12 1 2 3 ਵਜਾਉਂਦੀਆਂ ਨੇ, ਭਾਵ ਕਿ ਜਿਹੜੀਆਂ ਅਜੋਕੀਆਂ ਘੜੀਆਂ ਨੇ ਉਹ ਆਈਆਂ ਨਹੀਂ ਸੀ। ਤਾਂ ਸਿੰਘ ਜਿਹੜੇ ਨੇ ਜਿਨ੍ਹਾਂ ਸਮਿਆਂ ਦੇ ਵਿੱਚ ਘੜੀਆਂ ਪਹਿਰਾਂ ਦੇ ਹਿਸਾਬ ਦੇ ਨਾਲ ਵਕਤ ਚੱਲਦਾ ਸੀ ਉਹ 12 ਵਜੇ ਦੀ ਗੱਲ ਕਿਵੇਂ ਕਰਦੇ ਸੀ। ਸੋ ਉਹ ਜਿਹੜੀ 12 ਵਜੇ ਦੀ ਗੱਲ ਹੈ ਉਹਦਾ ਸੰਬੰਧ ਚੌਸਰ ਦੀਆਂ ਜਿਹੜੀਆਂ 12 ਵੱਜਣ ਦੇ ਨਾਲ ਹੈ, ਔਰ ਉਹਦਾ ਭਾਵ ਹੁੰਦਾ ਹੈ ਕਿ ਨਿਸ਼ਚਿਤ ਜਿੱਤ, ਕਿ ਸਿੰਘਾਂ ਦੀ ਜਿਹੜੀ ਜਿੱਤ ਹੈ ਉਹ ਹਰ ਮੁਹਿੰਮ ਦੇ ਵਿੱਚ ਨਿਸ਼ਚਿਤ ਹੁੰਦੀ ਸੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।